Good morning, students. Today we will continue from ITR 5th. Who can use this form? This form can be used by a person not being an individual or HUF family or a company or a person covered under serial number 7 below. This form is meant for a firm, local authority, cooperative bank, other cooperative societies, LLP, any other AOP or BOI or artificial judicial person. ਤਾਂ ਤੁਹਾਨੂੰ ਇਸ ਚੀਜ਼ ਦੇ ਵਿੱਚ ਕੀ ਆਪਾਂ ਗੱਲ ਕਰ ਸਕਦੇ ਵੀ ਕੀ ਪਤਾ ਹੋਣਾ ਚਾਹੀਦਾ ਕਿ ਜੋ ITR 5th ਹੈ ਉਹ ਕੌਣ ਯੂਜ਼ ਕਰ ਸਕਦਾ ਹੈ। ITR ਜਿਹੜਾ 5 ਹੈ ਉਹ ਸਿਰਫ ਕੌਣ ਯੂਜ਼ ਕਰ ਸਕਦੇ ਨੇ, ਆਪਾਂ ਗੱਲ ਕਹਿ ਸਕਦੇ ਹਾਂ ਕਿ ਲਾਈਕ AOP ਹੋ ਗਿਆ, BOI ਹੋ ਗਿਆ, LLP ਹੋ ਗਿਆ। ਸਿਰਫ ਇੱਕ ਤਾਂ ਇਸ ਨੂੰ ਇੰਡੀਵਿਜੂਅਲ ਪਰਸਨ ਨਹੀਂ ਯੂਜ਼ ਕਰ ਸਕਦਾ ITR 5 ਨੂੰ, ਅਤੇ ਇੱਕ ਕੰਪਨੀ ਨਹੀਂ ਕਰ ਸਕਦੀ ਅਤੇ ਇੱਕ ਕੋਈ ਵੀ HUF ਫੈਮਿਲੀ ਨਹੀਂ ਕਰ ਸਕਦੀ। ਤਾਂ ਇਹ ਤਿੰਨੋਂ ਕਿੰਨੇ ਐਕਸੈਪਸ਼ਨਲ ਕੇਸਿਸ ਨੇ, ਇਹਨਾਂ ਨੂੰ ਛੱਡ ਕੇ ਬਾਕੀ ਸਾਰੇ ਕਿੰਨੇ ITR 5 ਯੂਜ਼ ਕਰ ਸਕਦੇ ਨੇ। ਕੌਣ ਕੌਣ ਹੋ ਗਏ? ਕੋਈ ਇੰਡੀਵਿਜੂਅਲ ਪਰਸਨ ਨਹੀਂ ਯੂਜ਼ ਕਰ ਸਕਦਾ ITR 5 ਨੂੰ, ਕੋਈ HUF ਨਹੀਂ ਕਰ ਸਕਦੀ ਅਤੇ ਨਾ ਹੀ ਕੋਈ ਕੰਪਨੀ ਯੂਜ਼ ਕਰ ਸਕਦੀ ਹੈ ITR 5 ਨੂੰ। ਨੈਕਸਟ ਹੈ ITR 6th। Who can use this form? This form can be used by a company not being a company to which serial number 7 applies। ਇਹਦਾ ਮੀਨਿੰਗ ਕੀ ਦੇਖੋ, ਹੁਣ ਮੈਂ ਦੇਖੋ ਤੁਹਾਨੂੰ ਕੀ ਦੱਸਿਆ ਸੀ ITR 5 ਦੇ ਵਿੱਚ ਦੱਸਿਆ ਸੀ ਵੀ ਕੰਪਨੀ HUF ਤੇ ਕੋਈ ਵੀ ਇੰਡੀਵਿਜੂਅਲ ਪਰਸਨ ਨਹੀਂ ਯੂਜ਼ ਕਰ ਸਕਦਾ। ਜੋ ITR 6 ਹੈ ਇਹ ਓਨਲੀ ਕਿਸ ਦੇ ਲਈ ਬਣੀ ਹੈ? ਕੰਪਨੀਜ਼ ਦੇ ਲਈ ਬਣੀ ਹੈ। ਬਟ ਕਿਹੜੀਆਂ ਕੰਪਨੀਜ਼ ਨੂੰ ਛੱਡ ਕੇ ਜੇ ਉਹ ਕੀ ਕਰ ਰਹੀਆਂ ਨੇ, ਸੀਰੀਅਲ ਨੰਬਰ 7 ਅਪਲਾਈ ਹੁੰਦਾ। ਹੁਣ ਜੋ ਆਪਾਂ ਗੱਲ ਕਰੀਏ ਸੀਰੀਅਲ ਨੰਬਰ 7 ਇਸ ਦਾ ਮੀਨਿੰਗ ਹੈ, ਦੇਖੋ ITR 7 ਦੇ ਵਿੱਚ ਕੀ ਲਿਖਿਆ ਗਿਆ, ਦਿਸ ਫਾਰਮ ਕੈਨ ਬੀ ਯੂਜ਼ਡ ਬਾਈ ਅ ਪਰਸਨ ਇਨਕਲੂਡਿੰਗ ਏ ਕੰਪਨੀ ਵੈਦਰ ਔਰ ਨਾਟ ਰਜਿਸਟਰਡ। ਠੀਕ ਹੈ, ਹੁਣ ਦੇਖੋ ਜੋ ITR 6 ਹੈ ਉਹਦੇ ਵਿੱਚ ਵੀ ਸੇਮ ਗੱਲ ਹੈ ਵੀ ਦਿਸ ਫਾਰਮ ਕੈਨ ਬੀ ਯੂਜ਼ਡ ਬਾਈ ਅ ਕੰਪਨੀ। 7th ਦੇ ਵਿੱਚ ਵੀ ਹੈਗਾ ਵੀ ਦਿਸ ਫਾਰਮ ਕੈਨ ਬੀ ਯੂਜ਼ਡ ਬਾਈ ਅ ਪਰਸਨ ਇਨਕਲੂਡਿੰਗ ਏ ਕੰਪਨੀ। ਬਟ ਸਿਰਫ ਇੱਕ ਡਿਫਰੈਂਸ ਕੀ ਹੈ, ਡਿਫਰੈਂਸ ਕੀ ਹੈ ਇਸ ਦੇ ਵਿੱਚ, ਹੂ ਇਜ਼ ਰਿਕੁਆਇਰਡ ਟੂ ਫਾਈਲ ਅ ਰਿਟਰਨ ਅੰਡਰ ਸੈਕਸ਼ਨ 139 4A 4B 4C 4D 4E 4F। ਉਹ ਕੰਪਨੀਜ਼ ਨਹੀਂ ਯੂਜ਼ ਕਰ ਸਕਦੀਆਂ ITR 6th ਜੋ ਕਿ ਨੇ 4A 4B ਦੇ ਅੰਡਰ ਆ ਰਹੀਆਂ ਨੇ। ਤਾਂ ਜਿਹੜੇ 4A 4B 4CD 4EF ਤੱਕ ਆ ਰਹੀਆਂ ਨੇ ਉਹ ਸਿਰਫ ITR 7 ਯੂਜ਼ ਕਰ ਸਕਦੇ ਨੇ। ਹੁਣ ITR 4A 4B ਕੀ ਹੈ, ਮੈਂ ਤੁਹਾਨੂੰ ਆਈ ਥਿੰਕ ਫਸਟ ਪਤਾ ਨਹੀਂ ਸੈਕਿੰਡ ਕਲਾਸ ਦੇ ਵਿੱਚ ਹੀ ਦੱਸਿਆ ਸੀ ਕਿ ITR ਜੋ ਦੇਖੋ ਸੈਕਸ਼ਨ ਹੈ ਨਾ 139 4A, ਇਹ ਕਿਸ ਦੇ ਲਈ ਹੈ ਆਪਾਂ ਗੱਲ ਕੀਤੀ ਸੀ। ਇਹ ਜੋ ITR 4A ਹੈ ਚੈਰੀਟੇਬਲ ਇੰਸਟੀਟਿਊਸ਼ਨਸ ਦੇ ਲਈ। ਦੈਨ 139 4B ਵੀ ਕੀਤਾ ਸੀ, ਇਹ ਕਿਸ ਦੇ ਲਈ ਸੀ? ਪੋਲੀਟੀਕਲ ਪਾਰਟੀਜ਼ ਦੇ ਲਈ। ਦੈਨ 139 4C ਕੀਤਾ ਸੀ, ਉਹ ਕਿਸ ਦੇ ਲਈ ਸੀ? ਸਾਇੰਟੀਫਿਕ ਰਿਸਰਚ ਦੇ ਲਈ। ਦੈਨ 4D ਕੀਤਾ ਸੀ, ਉਹ ਕਿਸ ਦੇ ਲਈ ਸੀ? ਕਾਲਜਸ ਯੂਨੀਵਰਸਿਟੀ ਐਸੋਸੀਏਸ਼ਨਸ ਲਾਈਕ ਜੇ ਕੋਈ ਇਹਨਾਂ ਤੋਂ ਇਨਕਮ ਜਨਰੇਟ ਹੋ ਰਿਹਾ ਤਾਂ ਉਹਨਾਂ ਨੂੰ ਕਿਹੜੀ ਰਿਟਰਨ ਫਾਈਲ ਕਰਨੀ ਪੈਂਦੀ ਸੀ? 139 4D। ਨੈਕਸਟ E ਕੀਤਾ ਸੀ ਆਪਣੇ, E ਕਿਸ ਦੇ ਲਈ ਕੀਤਾ ਸੀ? ਬਿਜ਼ਨਸ ਟਰਸਟ ਦੇ ਲਈ। ਤਾਂ ਇਹ ਆਪਾਂ ਸਾਰੇ ਸੈਕਸ਼ਨਸ ਕੀਤੇ ਸੀ। ਹੁਣ ਜੇ ਕੋਈ ਕੰਪਨੀ ਇਹਨਾਂ ਸੈਕਸ਼ਨਸ ਅੰਡਰ ਫਾਲ ਕਰ ਰਹੀ ਹੈ ਤਾਂ ਉਸਨੇ ITR 7 ਫਾਈਲ ਕਰਨੀ ਹੈ। ਜੇ ਇੱਕ ਨਾਰਮਲ ਕੰਪਨੀ ਹੈ ਉਸਨੇ ਕਿਹੜੀ ITR ਫਿਲ ਕਰਨੀ ਹੈ? ITR 6 ਫਿਲ ਕਰਨੀ ਹੈ। ਤਾਂ ਇਹ ਸੀ ਆਪਣੀਆਂ 1 to 7 ITRs। ਨੈਕਸਟ ਆਪਾਂ ਕਰਾਂਗੇ ਟੌਪਿਕ ਰਿਪੋਰਟ ਆਫ ਆਡਿਟ ਟੂ ਬੀ ਫਰਨਿਸ਼ਡ ਇਲੈਕਟ੍ਰੋਨਿਕਲੀ। Where an assessor is required to furnish a report of audit specified under section 144AB 44ADA। ਇਹ ਕਿਹੜੇ ਸੈਕਸ਼ਨਸ ਹੁੰਦੇ ਨੇ? ਇਹ ਉਹ ਸੈਕਸ਼ਨਸ ਹੁੰਦੇ ਨੇ ਜਿਨ੍ਹਾਂ ਨੂੰ ਕੀ ਕਰਵਾਉਣਾ ਪੈਂਦਾ? ਬੁੱਕਸ ਆਫ ਅਕਾਊਂਟਸ ਮੇਨਟੇਨ ਵੀ ਕਰਨੇ ਪੈਂਦੇ ਨੇ ਅਤੇ ਆਡੀਟਿੰਗ ਵੀ ਕਰਵਾਉਣੀ ਪੈਂਦੀ ਹੈ। ਜਾਂ ਫਿਰ ਜੋ ਕਿਹੜੇ ਸੈਕਸ਼ਨ ਦੇ ਅੰਡਰ ਆਉਂਦੇ ਨੇ 92E 92E ਕੀ ਹੋ ਗਿਆ ਆਪਣਾ? ਇੰਟਰਨੈਸ਼ਨਲ ਟ੍ਰਾਂਜੈਕਸ਼ਨਸ। ਜਾਂ ਫਿਰ 80LA ਇਹ ਡਿਡਕਸ਼ਨਸ ਵਾਲੇ ਚੈਪਟਰ ਦੇ ਵਿੱਚ ਕੀਤਾ ਹੋਇਆ ਆਪਾਂ ਨੇ ਆਫਸ਼ੋਰ ਬੈਂਕਿੰਗ। 80LA ਹੈ ਨਾ, ਇਹ ਕਿਸ ਦੀ ਹੈ? ਆਫਸ਼ੋਰ ਬੈਂਕਿੰਗ ਸਿਸਟਮ। ਲਾਈਕ 80P ਕਿਸ ਦੀ ਸੀ? ਕੋਆਪਰੇਟਿਵ ਸੁਸਾਇਟੀਜ਼ ਦੀ। ਤਾਂ ਇਹ ਸਾਰੇ ਜੋ ਵੀ ਆਪਾਂ ਕਹਿ ਸਕਦੇ ਹਾਂ ਵੀ ਇਨਕਮ ਜਨਰੇਟਡ ਰਿਸੋਰਸਿਸ ਨੇ ਉਹਨਾਂ ਨੂੰ ਕੀ ਕਰਵਾਉਣੀ ਪੈਂਦੀ ਹੈ? ਆਡਿਟ ਹੈ ਜੋ ਉਹ ਕਰਵਾਉਣੀ ਪੈਂਦੀ ਹੈ। ਦੈਨ ਹੀ ਸ਼ੈਲ ਫਰਨਿਸ਼ ਦਾ ਸੇਮ ਇਲੈਕਟ੍ਰੋਨਿਕਲੀ, ਮੈਨੂਅਲੀ ਵੀ ਕਰਨੀ ਹੈ ਅਤੇ ਨਾਲ ਦੀ ਨਾਲ ਇਲੈਕਟ੍ਰੋਨਿਕਲੀ ਵੀ ਫਾਈਲ ਕਰਨੀ ਹੈ। ਨੈਕਸਟ ਆਪਣਾ ਇੰਪੋਰਟੈਂਟ ਟੌਪਿਕ ਹੈ ਇੱਕ ਰਿਵਾਈਜ਼ਡ ਰਿਟਰਨ। ਹੁਣ ਦੇਖੋ ਜੋ ਰਿਟਰਨ ਫਾਈਲ ਕਰਨ ਦਾ ਸੈਕਸ਼ਨ ਉਹ ਕਿੰਨਾ ਹੈ? 139 ਸਬ ਸੈਕਸ਼ਨ 1। ਇਨ ਕੇਸ ਕੀ ਹੋ ਜਾਂਦਾ ਹੈ, ਤੁਹਾਡੀ ਜੋ ਰਿਟਰਨ ਹੈ ਤੁਹਾਨੂੰ ਕੀ ਲੱਗ ਰਿਹਾ ਵੀ ਤੁਹਾਡਾ ਇਨਕਮ ਆਫਿਸਰ ਹੈ ਨਾ ਉਹਨੂੰ ਰਿਟਰਨ ਤੁਹਾਡੀ ਪ੍ਰੋਪਰ ਨਹੀਂ ਲੱਗ ਰਹੀ ਤਾਂ ਤੁਹਾਨੂੰ ਕਹਿ ਕੇ ਕੀ ਕਰਵਾ ਸਕਦਾ? ਰਿਵਾਈਜ਼ ਵੀ ਕਰਵਾ ਸਕਦਾ। ਬਟ ਇਸ ਦੀ ਵੀ ਇੱਕ ਕੀ ਹੈ? ਟਾਈਮ ਪੀਰੀਅਡ, ਇੱਕ ਲਿਮਿਟ ਹੈ। ਅਪ ਟੂ ਦੈਟ ਲਿਮਿਟ ਯੂ ਕੈਨ ਰਿਵਾਈਜ਼ ਯੂਅਰ ਰਿਟਰਨਸ।
If an assessee after furnishing the return of income under section 139(1) or under section 139(4) discovers any omission or any wrong statement in the return filed, he may furnish a revised return. Such a return can be filed at any time before the end of relevant assessment year or before the completion of the assessment year, whichever is earlier. ਹੁਣ ਦੇਖੋ ਇਹ ਕੀ ਕਹਿ ਰਹੇ ਨੇ ਕਿ ਕੋਈ ਵੀ ਅਸੈਸੀ ਹੈ ਜੋ ਉਸਨੂੰ ਕੀ ਲੱਗ ਰਿਹਾ ਵੀ ਕੋਈ ਓਮਿਸ਼ਨ ਹੋਇਆ ਰਿਟਰਨ ਦੇ ਵਿੱਚ ਫਿਲ ਕਰਨ ਦੇ ਵਿੱਚ, ਜਾਂ ਕੋਈ ਵੀ ਰੋਂਗ ਸਟੇਟਮੈਂਟ ਕੀਤੀ ਹੈ ਮੈਂ ਰਿਟਰਨ ਦੇ ਵਿੱਚ ਜੋ ਮੈਂ ਫਾਈਲ ਕੀਤੀ ਹੈ, ਤਾਂ ਉਹ ਕੀ ਕਰ ਸਕਦਾ ਹੈ, ਰਿਟਰਨ ਨੂੰ ਰਿਵਾਈਜ਼ ਕਰ ਸਕਦਾ। ਬਟ ਕਿਸ ਟਾਈਮ ਪੀਰੀਅਡ ਤੋਂ ਪਹਿਲਾਂ, ਜਾਂ ਤਾਂ ਜਦੋਂ ਇੱਕ ਅਸੈਸਮੈਂਟ ਈਅਰ ਕੰਪਲੀਟ ਹੁੰਦਾ ਉਸ ਤੋਂ ਪਹਿਲਾਂ ਜਾਂ ਫਿਰ ਇੱਕ ਫਾਈਨੈਂਸ਼ੀਅਲ ਈਅਰ ਜਦੋਂ ਕੰਪਲੀਟ ਹੁੰਦਾ ਉਸ ਤੋਂ ਪਹਿਲਾਂ। ਹੁਣ ਅਸੈਸਮੈਂਟ ਈਅਰ ਕੀ ਹੋ ਗਿਆ 1 ਅਪ੍ਰੈਲ ਤੋਂ 31 ਮਾਰਚ, ਜੋ ਉਹਨੂੰ ਫੈਬਰ ਦੇ ਵਿੱਚ ਜਾਂ 31 ਮਾਰਚ ਤੋਂ ਪਹਿਲਾਂ ਪਤਾ ਲੱਗ ਚੁੱਕਿਆ ਵੀ ਜੋ ਰਿਟਰਨ ਉਹ ਗਲਤ ਫਿਲ ਕੀਤੀ ਹੈ, ਤਾਂ ਉਸ ਟਾਈਮ ਪੀਰੀਅਡ ਤੋਂ ਪਹਿਲਾਂ ਕੀ ਕਰ ਸਕਦਾ, ਰਿਟਰਨ ਨੂੰ ਰਿਵਾਈਜ਼ ਕਰ ਸਕਦਾ ਹੈ। Can a belated return under section 139(4) be revised? Yes, the assessee can revise the belated return. ਕਈ ਵਾਰ ਕੀ ਹੁੰਦਾ ਇੱਕ ਪਰਸਨ ਹੈ ਨਾ ਜੋ ਲੇਟ ਰਿਟਰਨ ਫਾਈਲ ਕਰਦਾ, ਜੋ ਕਿਸ ਦੇ ਅੰਡਰ ਆਉਂਦੀ ਹੈ 139 ਸਬ ਸੈਕਸ਼ਨ 4 ਦੇ ਅੰਡਰ ਆਉਂਦੀ ਹੈ, ਤਾਂ ਉਸ ਬੀਲੇਟਡ ਰਿਟਰਨ ਨੂੰ ਵੀ ਕੀ ਕਰ ਸਕਦਾ ਉਹ ਪਰਸਨ ਰਿਵਾਈਜ਼ ਕਰ ਸਕਦਾ। ਬਟ ਬੀਲੇਟਡ ਰਿਟਰਨ ਦਾ ਕੀ ਹੈ, ਬੀਲੇਟਡ ਦੇਖੋ ਆਫਟਰ ਦਾ ਸਪੈਸੀਫਾਈਡ ਟਾਈਮ ਪੀਰੀਅਡ ਉਹ ਰਿਟਰਨ ਫਾਈਲ ਕਰ ਰਿਹਾ, ਬਟ ਜੋ ਉਸਨੇ ਰਿਵਾਈਜ਼ ਕਰਨੀ ਹੈ ਉਹ ਅਸੈਸਮੈਂਟ ਈਅਰ ਦੇ ਕੰਪਲੀਟ ਹੋਣ ਤੋਂ ਪਹਿਲਾਂ ਕਰਨੀ ਚਾਹੀਦੀ ਹੈ। ਨੈਕਸਟ ਕੀ ਹੈ, ਕੈਨ ਰਿਵਾਈਜ਼ਡ ਰਿਟਰਨ ਵੀ ਫਰਦਰ ਰਿਵਾਈਜ਼ਡ? ਯੈਸ, ਜੋ ਤੁਹਾਡੇ ਰਿਵਾਈਜ਼ਡ ਰਿਟਰਨ ਹੈ ਉਸ ਨੂੰ ਤੁਸੀਂ ਫਰਦਰ ਇਨਕੁਆਇਰੀਜ਼ ਕਰਕੇ ਵੀ ਅਗੇਨ ਐਂਡ ਅਗੇਨ ਕੀ ਕਰ ਸਕਦੇ ਹੋ, ਰਿਵਾਈਜ਼ ਕਰ ਸਕਦੇ ਹੋ। ਨੈਕਸਟ ਕੀ ਹੈ, ਰਿਵਾਈਜ਼ਡ ਰਿਟਰਨ ਸਬਸਟਿਊਟਸ ਦਾ ਓਰੀਜਨਲ ਰਿਟਰਨ? ਯੈਸ, ਜਦੋਂ ਤੁਹਾਨੂੰ ਕੀ ਲੱਗ ਰਿਹਾ ਵੀ ਜੋ ਤੁਹਾਡੀ ਓਰੀਜਨਲ ਰਿਟਰਨ ਹੈ ਉਹਦੇ ਵਿੱਚ ਕੀ ਸੀ, ਕੁਛ ਓਮਿਸ਼ਨ ਸੀ, ਐਰਰ ਸੀ, ਤਾਂ ਤੁਸੀਂ ਕੀ ਕੀਤਾ ਉਸਨੂੰ ਰਿਵਾਈਜ਼ਡ ਰਿਟਰਨ ਇਸ਼ੂ ਕੀਤੀ, ਤਾਂ ਤੁਹਾਡੀ ਜਿਹੜੀ ਰਿਵਾਈਜ਼ਡ ਰਿਟਰਨ ਉਹ ਕਿਸ ਦਾ ਸਬਸਟਿਊਟ ਬਣ ਜਾਂਦਾ ਤੁਹਾਡੀ ਓਰੀਜਨਲ ਰਿਟਰਨ ਦਾ। ਹੁਣ ਤੁਹਾਨੂੰ ਤੁਹਾਡੀ ਓਰੀਜਨਲ ਰਿਟਰਨ ਸ਼ੋਅ ਕਰਨ ਦੀ ਜ਼ਰੂਰਤ ਨਹੀਂ ਪੈਣੀ, ਤੁਹਾਨੂੰ ਸਿਰਫ ਕਿਹੜੀ ਰਿਟਰਨ ਜ਼ਰੂਰਤ ਪੈਂਦੀ ਹੈ ਸ਼ੋਅ ਕਰਨ ਦੀ, ਰਿਵਾਈਜ਼ਡ, ਕਿਉਂਕਿ ਤੁਹਾਡੀ ਲਾਸਟ ਰਿਟਰਨ ਕੀ ਸੀ, ਗਲਤ ਸੀ। ਨੈਕਸਟ ਕਲਾਸ ਦੇ ਵਿੱਚ ਆਪਾਂ ਕਰਾਂਗੇ ਡਿਫੈਕਟਿਵ ਰਿਟਰਨ। ਥੈਂਕ ਯੂ।